ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਸ਼ਨ ਨੰਬਰ 81, ਸਾਡਾ ਇਹ ਦੋਤਾ ਬਾਣੀ ਦਾ ਬੋਤਾ ਹੋਵੇਗਾ। ਇਹ ਸ਼ਬਦ ਕਿਸ ਲਈ ਕਹੇ ਗਏ? ਇਹ ਸ਼ਬਦ ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਈ ਕਹੇ। ਠੀਕ ਹੈ, ਸਪੁੱਤਰ ਗੁਰੂ ਰਾਮਦਾਸ ਜੀ ਦੇ। ਠੀਕ ਹੈ, ਗੁਰੂ ਰਾਮਦਾਸ ਜੀ ਦੇ ਪੁੱਤਰ ਸਨ। ਅਗਲਾ ਪ੍ਰਸ਼ਨ ਦੇਖੋ, ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 1583 ਵਿੱਚ ਹੋਇਆ, ਗੋਇੰਦਵਾਲ ਵਿਖੇ ਹੋਇਆ। ਅਤੇ ਪਿਤਾ ਦਾ ਨਾਮ ਸੀ ਬੀਬੀ ਭਾਨੀ ਜੀ ਮਾਤਾ ਦਾ ਨਾਮ, ਅਤੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਸੀ। ਉਹਨਾਂ ਦਾ ਵਿਆਹ ਕਿਸ ਨਾਲ ਹੋਇਆ? ਵਿਆਹ ਹੋਇਆ ਸੀ ਫਲੌਰ ਤਹਿਸੀਲ ਦੇ ਪਿੰਡ ਮਿਊ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਨਾਲ ਹੋਇਆ ਸੀ। ਅਤੇ ਉਹਨਾਂ ਦੇ ਪੁੱਤਰ ਦਾ ਨਾਮ ਸੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਜੋ ਬਾਅਦ ਵਿੱਚ 6ਵੇਂ ਗੁਰੂ ਬਣੇ। ਅਗਲਾ ਪ੍ਰਸ਼ਨ ਦੇਖੋ, ਗੁਰੂ ਰਾਮਦਾਸ ਜੀ ਦੇ 3 ਪੁੱਤਰਾਂ ਦੇ ਨਾਮ ਕੀ ਸੀਗੇ? 3 ਪੁੱਤਰ ਸੀ ਪ੍ਰਿਥੀਆ ਚੰਦ, ਠੀਕ ਹੈ, ਮਹਾਦੇਵ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਅਤੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਗੱਦੀ ਕਿਉਂ ਦਿੱਤੀ? ਕਿਉਂਕਿ ਉਹਨਾਂ ਵਿੱਚ ਭਗਤੀ ਭਾਵ ਅਤੇ ਸੇਵਾ ਭਾਵ ਸੀ ਜ਼ਿਆਦਾ। ਠੀਕ ਹੈ, ਅੱਗੇ ਦੇਖੋ, ਪ੍ਰਿਥਵੀ ਕੌਣ ਸੀ? ਪ੍ਰਿਥਵੀ ਜਿਹੜਾ ਸੀਗਾ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਸੀ, ਅਤੇ ਉਸਦੇ ਬੇਟੇ ਦਾ ਨਾਮ ਕੀ ਸੀ? ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ। ਠੀਕ ਹੈ, ਨਾਲ ਇਹ ਵੀ ਨਾਲ ਨੋਟ ਕਰ ਲੈਣਾ। ਫਿਰ ਹੈਗਾ ਉਸਦੇ ਬੇਟੇ ਦਾ ਨਾਮ ਸੀ ਮਿਹਰਬਾਨ। ਠੀਕ ਹੈ, ਅੱਗੇ ਦੇਖੋ, ਗੁਰੂ ਅਰਜਨ ਦੇਵ ਜੀ ਨੇ ਨਵੇਂ ਨਗਰਾਂ ਦੀ ਸਥਾਪਨਾ ਕਿਸ ਉਦੇਸ਼ ਨੂੰ ਸਾਹਮਣੇ ਰੱਖ ਕੇ ਕੀਤੀ ਸੀ? ਸਿੱਖ ਧਰਮ ਦੇ ਪ੍ਰਚਾਰ ਵਾਸਤੇ ਕੀਤੀ ਸੀ। ਠੀਕ ਹੈ, ਅਤੇ ਅੱਗੇ ਦੇਖੋ, ਮੁਸਲਮਾਨਾਂ ਦੀ ਕਿਹੜੀ ਸੰਪਰਦਾ ਅਤੇ ਉਸਦੇ ਨੇਤਾ ਗੁਰੂ ਅਰਜਨ ਦੇਵ ਜੀ ਦਾ ਕੱਟੜ ਵਿਰੋਧੀ ਸੀ, ਜਿਸ ਨੇ ਜਹਾਂਗੀਰ ਨੂੰ ਸ਼੍ਰੀ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ? ਠੀਕ ਹੈ, ਇਹ ਮੁਸਲਮਾਨਾਂ ਦੇ ਸੂਫੀ ਸਿਲਸਿਲਾ ਨਕਸ਼ਬੰਦੀ। ਠੀਕ ਹੈ, ਇਸ ਦਾ ਨੇਤਾ ਸੀ ਸ਼ੇਖ ਅਹਿਮਦ ਸਰਹੱਦੀ, ਅਤੇ ਗੁਰੂ ਅਰਜਨ ਦੇਵ ਜੀ ਦਾ ਕੱਟੜ ਵਿਰੋਧੀ ਸੀਗਾ, ਅਤੇ ਇਹਨੇ ਹੀ ਜਹਾਂਗੀਰ ਨੂੰ ਜਿਹੜਾ ਸੀ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ ਸੀਗਾ। ਅੱਗੇ ਦੇਖੋ, ਹਰਿਮੰਦਰ ਸਾਹਿਬ ਤੋਂ ਕੀ ਭਾਵ ਹੈ? ਹਰਿਮੰਦਰ ਸਾਹਿਬ ਤੋਂ ਭਾਵ ਹੈ ਈਸ਼ਵਰ ਦਾ ਘਰ। ਅੱਗੇ ਦੇਖੋ ਕੁਐਸਚਨ, ਹਰਿਮੰਦਰ ਸਾਹਿਬ ਦੀ ਨੀਂਹ ਕਿਸ ਮੁਸਲਮਾਨ ਫਕੀਰ ਨੇ ਰੱਖੀ? ਇਹ ਰੱਖੀ ਸੀ ਮੀਆਂ ਮੀਰ ਨੇ। ਠੀਕ ਹੈ, ਅਤੇ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਸਨ। ਅਗਲਾ ਦੇਖੋ ਪ੍ਰਸ਼ਨ, ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਗੁਰੂ ਨੇ ਕਦੋਂ ਕਰਵਾਇਆ? ਹਰਿਮੰਦਰ ਸਾਹਿਬ ਦਾ ਨਿਰਮਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1601 ਵਿੱਚ ਕਰਵਾਇਆ, ਅਤੇ ਇਸ ਦੀ ਨੀਂਹ ਸੂਫੀ ਫਕੀਰ ਮੀਆਂ ਮੀਰ ਨੇ ਰੱਖੀ। ਠੀਕ ਹੈ, ਅਗਲਾ ਦੇਖੋ ਬਈ, ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਕਿਸ ਉਪਦੇਸ਼ ਦਾ ਸੰਕੇਤ ਦਿੰਦੇ ਹਨ? ਕਿ ਚਾਰੇ ਦਿਸ਼ਾਵਾਂ ਦੇ ਲੋਕਾਂ ਵਾਸਤੇ ਖੁੱਲ੍ਹੇ, ਕਿਸੇ ਵੀ ਜਾਤ ਪਾਤ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ। ਠੀਕ ਹੈ, ਅੱਗੇ ਦੇਖੋ ਬਈ, ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦਾ ਪ੍ਰਕਾਸ਼ ਕਦੋਂ ਕੀਤਾ? 1604 ਵਿੱਚ ਕੀਤਾ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ। ਠੀਕ ਹੈ, ਅਗਲਾ ਕੁਐਸਚਨ ਦੇਖੋ, ਹਰਿਮੰਦਰ ਸਾਹਿਬ ਦੇ ਨਿਰਮਾਣ ਦੇ 3 ਮੁੱਖ ਪ੍ਰਭਾਵ ਕੀ ਪਏ? ਇੱਕ ਤਾਂ ਸਿੱਖਾਂ ਨੂੰ ਧਾਰਮਿਕ ਸਥਾਨ ਮਿਲ ਗਿਆ, ਅਤੇ ਬਹੁ ਗਿਣਤੀ ਵਿੱਚ ਲੋਕ ਜਿਹੜੇ ਸੀ ਅੰਮ੍ਰਿਤਸਰ ਵਿੱਚ ਇਸ਼ਨਾਨ ਦਾ ਫਲ ਪ੍ਰਾਪਤ ਕਰਨ ਲਈ ਆਉਣ ਲੱਗੇ। ਠੀਕ ਹੈ, ਅਤੇ ਸਿੱਖ ਧਰਮ ਦੀ ਲੋਕਪ੍ਰਿਯਤਾ ਜਿਹੜੀ ਹੈ ਬਹੁਤ ਵੱਧ ਗਈ। ਅੱਗੇ ਦੇਖੋ, ਸ਼੍ਰੀ ਗੁਰੂ ਅਰਜਨ ਦੇਵ ਜੀ ਰਾਹੀਂ ਸਥਾਪਿਤ ਕੀਤੇ ਗਏ 3 ਨਗਰ ਕਿਹੜੇ ਸੀ? ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ। ਠੀਕ ਹੈ, ਅੱਗੇ ਹਰਗੋਬਿੰਦਪੁਰ ਦੀ ਇਸ ਗੁਰੂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਨੇ ਕੀਤੀ। ਆਪਣੇ ਸਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਂ 'ਤੇ ਕੀਤੀ ਸੀ, ਜੋ ਕਿ ਬਾਅਦ ਵਿੱਚ 6ਵੇਂ ਗੁਰੂ ਬਣੇ ਸੀ। ਅੱਗੇ ਮਸੰਦ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ, ਅਤੇ ਇਸ ਦਾ ਜ਼ਿਆਦਾ ਵਿਕਾਸ ਕਿਸ ਨੇ ਕੀਤਾ? ਵਿਕਾਸ ਜਿਹੜਾ ਕੀਤਾ ਹੈ ਮਸੰਦ ਪ੍ਰਥਾ ਦਾ, ਉਹ ਗੁਰੂ ਅਰਜਨ ਦੇਵ ਜੀ ਨੇ ਕੀਤਾ। ਠੀਕ ਹੈ, ਮਸੰਦ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ? ਫਾਰਸੀ ਭਾਸ਼ਾ ਦਾ ਸ਼ਬਦ ਹੈ, ਅਤੇ ਇਸ ਦਾ ਅਰਥ ਹੈ ਉੱਚਾ ਸਥਾਨ ਜਾਂ ਪਦਵੀ। ਅਗਲਾ ਦੇਖੋ, ਮਸੰਦ ਪ੍ਰਥਾ ਅਧੀਨ ਗੁਰੂ ਦੇ ਪ੍ਰਤੀਨਿਧ ਅਤੇ ਉਸਦੇ ਸਹਾਇਕਾਂ ਨੂੰ ਕੀ ਕਿਹਾ ਜਾਂਦਾ ਹੈ? ਮਸੰਦ ਪ੍ਰਥਾ ਦੇ ਅਧੀਨ ਗੁਰੂ ਦੇ ਪ੍ਰਤੀਨਿਧ ਨੂੰ ਕੀ ਕਿਹਾ ਜਾਂਦਾ ਹੈ? ਮਸੰਦ ਕਿਹਾ ਜਾਂਦਾ, ਅਤੇ ਉਸਦੇ ਸਹਾਇਕਾਂ ਨੂੰ ਸੰਗਤੀਆ ਕਿਹਾ ਜਾਂਦਾ। ਠੀਕ ਹੈ, ਅਗਲਾ ਪ੍ਰਸ਼ਨ ਦੇਖੋ, ਮਸੰਦ ਪ੍ਰਥਾ ਦੇ ਸ਼ੁਰੂ ਕੀਤੇ ਜਾਣ ਦੇ 2 ਮੁੱਖ ਕਾਰਨ ਕੀ ਆ? ਇੱਕ ਤਾਂ ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਥਾਵਾਂ ਦੇ ਨਿਰਮਾਣ ਦੇ ਵਾਸਤੇ ਕੰਮ ਦੇ ਲਈ ਬਹੁਤ ਸਾਰਾ ਪੈਸਾ ਚਾਹੀਦਾ ਸੀ, ਅਤੇ ਉਸ ਤੋਂ ਇਲਾਵਾ ਜਿਹੜਾ ਸੀ ਧਰਮ ਪ੍ਰਚਾਰ ਤਾਂ ਹੈ ਹੀ ਹੈ ਸੀ। ਠੀਕ ਹੈ, ਅਗਲਾ ਪ੍ਰਸ਼ਨ ਦੇਖੋ, ਮਸੰਦ ਪ੍ਰਥਾ ਵਿੱਚ ਆਉਣ ਵਾਲੀਆਂ 2 ਮੁੱਖ ਕੁਰੀਤੀਆਂ ਬਾਰੇ ਦੱਸੋ। ਕੀ ਕੁਰੀਤੀਆਂ ਆ ਗਈਆਂ ਸੀ? ਜਿਹੜੇ ਮਸੰਦ ਸੀ ਉਹਨਾਂ ਦੇ ਚਰਿੱਤਰ ਵਿੱਚ ਗਿਰਾਵਟ ਆ ਗਈ ਸੀ, ਸਵਾਰਥੀ ਅਤੇ ਲੋਭੀ ਬਣ ਗਏ ਸੀਗੇ, ਅਤੇ ਮਸੰਦਾਂ ਨੇ ਗੁਰੂ ਵਿਰੋਧੀ ਤੱਤਾਂ ਅਤੇ ਗੁਰਗੱਦੀ ਦੇ ਝੂਠੇ ਦਾਅਵੇਦਾਰਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ, ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਲਿਖਣ ਲਈ ਕਿਸ ਦੀ ਸਹਾਇਤਾ ਲਈ ਸੀ? ਭਾਈ ਗੁਰਦਾਸ ਭੱਲਾ ਦੀ ਸਹਾਇਤਾ ਲਈ ਸੀ। ਠੀਕ ਹੈ, ਅੱਗੇ ਵੀ ਦੇਖੋ, ਆਦਿ ਗ੍ਰੰਥ ਲਿਖਣ ਵਾਸਤੇ ਭਾਈ ਗੁਰਦਾਸ ਭੱਲਾ ਦੀ ਸਹਾਇਤਾ ਲਈ ਸੀ ਗੁਰੂ ਅਰਜਨ ਦੇਵ ਜੀ ਨੇ। ਅੱਗੇ ਦੇਖੋ, ਆਦਿ ਗ੍ਰੰਥ ਦਾ ਸੰਕਲਨ ਕਿਸ ਨੇ, ਕਦੋਂ ਤੇ ਕਿਸ ਦੀ ਮਦਦ ਨਾਲ ਕੀਤਾ? ਦੇਖੋ, ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਭਾਈ ਗੁਰਦਾਸ ਜੀ ਭੱਲਾ ਦੀ ਮਦਦ ਦੇ ਨਾਲ ਇਹ ਕਾਰਜ ਜਿਹੜਾ ਸੀ ਸੰਪੂਰਨ ਕੀਤਾ ਸੀ, ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਗੁਰਦਾਸ ਜੀ ਨੇ ਇਸ ਨੂੰ ਲਿਖਣ ਦਾ ਕੰਮ ਜਿਹੜਾ ਹੈ ਕੀਤਾ ਸੀ। ਠੀਕ ਹੈ ਜੀ, ਅਗਲਾ ਦੇਖੋ, ਆਦਿ ਗ੍ਰੰਥ ਦਾ ਸੰਕਲਨ ਕਿਉਂ ਕੀਤਾ ਗਿਆ? ਕਿਉਂਕਿ ਗੁਰਬਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਾਸਤੇ।
ਠੀਕ ਹੈ, ਸੁਰੱਖਿਅਤ ਰੱਖਿਆ ਜਾਵੇ ਤੇ ਗੁਰਬਾਣੀ ਦਾ ਪ੍ਰਮਾਣਿਕ ਤੇ ਸੱਚਾ ਰੂਪ ਹੀ ਲੋਕਾਂ ਨੂੰ ਪ੍ਰਾਪਤ ਹੋਵੇ। ਪਖੰਡੀ ਲੋਕਾਂ ਰਾਹੀਂ ਬਾਣੀ ਰਚਨ ਦਾ ਕੰਮ ਰੋਕਿਆ ਜਾ ਸਕੇ। ਠੀਕ ਹੈ, ਅਗਲਾ ਕੁਐਸਚਨ ਦੇਖੋ, ਗੁਰੂ ਅਰਜਨ ਦੇਵ ਜੀ ਨੇ ਪਹਿਲੇ 3 ਗੁਰੂਆਂ ਦੀ ਬਾਣੀ ਕਿਸ ਤੋਂ ਤੇ ਕਿੱਥੋਂ ਲਈ? ਪਹਿਲੇ 3 ਗੁਰੂਆਂ ਦੀ ਬਾਣੀ ਲਈ ਹੈ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਤੋਂ ਲਈ ਸੀ, ਉਹ ਵੀ ਗੋਇੰਦਵਾਲ ਦੇ ਸਥਾਨ ਤੇ। ਠੀਕ ਹੈ, ਅੱਗੇ ਦੇਖੋ, ਆਦਿ ਗ੍ਰੰਥ ਵਿੱਚ ਪਹਿਲੇ 4 ਗੁਰੂਆਂ ਦੇ ਕਿੰਨੇ ਸ਼ਬਦ ਹਨ? ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ, ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਤੇ ਗੁਰੂ ਅਮਰਦਾਸ ਜੀ ਦੇ ਹੈਗੇ 907 ਸ਼ਬਦ ਤੇ ਗੁਰੂ ਰਾਮਦਾਸ ਜੀ ਦੇ ਹੈਗੇ ਆ 679 ਸ਼ਬਦ। ਠੀਕ ਹੈ, ਅੱਗੇ ਦੇਖੋ, ਗੁਰੂ ਅਰਜਨ ਦੇਵ ਜੀ ਦੇ ਆਦਿ ਗ੍ਰੰਥ ਵਿੱਚ ਕਿੰਨੇ ਸ਼ਬਦ ਹਨ? ਇਹ ਦੇਖੋ ਵੀ 2 ਮਤਲਬ ਦੇਖੋ ਕਿ ਇੱਕ ਤਾਂ 2216 ਮਿਲਦਾ, ਇੱਕ 2218 ਮਿਲਦਾ। ਠੀਕ ਹੈ, ਅੱਗੇ ਦੇਖੋ ਬਈ, ਆਦਿ ਗ੍ਰੰਥ ਵਿੱਚ ਕਿੰਨੇ ਭਗਤਾਂ ਦੀ ਬਾਣੀ ਹੈ? 15 ਭਗਤਾਂ ਦੀ ਬਾਣੀ ਹੈ। ਠੀਕ ਹੈ, ਤੇ ਇਹਨਾਂ ਵਿੱਚੋਂ ਮੁੱਖ 5 ਭਗਤ ਆ ਤੇ ਫਕੀਰਾਂ ਦੇ ਨਾਂ ਹਨ ਬਾਬਾ ਫਰੀਦ ਜੀ, ਜੈਦੇਵ, ਨਾਮਦੇਵ, ਭਗਤ ਕਬੀਰ ਜੀ ਤੇ ਭਗਤ ਗੁਰੂ ਰਵਿਦਾਸ ਜੀ। ਠੀਕ ਹੈ, 15 ਭਗਤਾਂ ਦੀ ਬਾਣੀ ਹੈ। ਅੱਗੇ ਦੇਖੋ, ਕਿਹੜੇ ਸਮਕਾਲੀਨ ਭਗਤਾਂ ਫਕੀਰਾਂ ਦੀਆਂ ਰਚਨਾਵਾਂ ਨਹੀਂ ਲਈਆਂ ਗਈਆਂ? ਕਿਹਨਾਂ ਦੀਆਂ ਰਚਨਾਵਾਂ ਨਹੀਂ ਲਈਆਂ? ਕਾਨ੍ਹਾ ਦੀ, ਛੱਜੂ ਦੀ, ਸ਼ਾਹ ਹੁਸੈਨ ਦੀ, ਪੀਲੂ ਦੀ। ਠੀਕ ਹੈ, ਨਾਮਕ ਸਮਕਾਲੀਨ ਭਗਤ ਫਕੀਰਾਂ ਦੀ ਰਚਨਾਵਾਂ ਆਦਿ ਗ੍ਰੰਥ ਵਿੱਚ ਸ਼ਾਮਿਲ ਕਰਨ ਲਈ ਨਹੀਂ ਲਈਆਂ ਗਈਆਂ। ਠੀਕ ਹੈ, ਆਦਿ ਗ੍ਰੰਥ ਦਾ ਵਿਸ਼ਾ ਵਸਤੂ ਕਿਹੜੇ ਕ੍ਰਮ ਅਨੁਸਾਰ ਹੈ? ਦੇਖੋ, ਕਿਹੜੇ ਕ੍ਰਮ ਅਨੁਸਾਰ ਹੈ? ਆਦਿ ਗ੍ਰੰਥ ਦਾ ਵਿਸ਼ਾ ਵਸਤੂ ਜਿਹੜਾ ਗੁਰੂਆਂ ਦੇ ਹਿਸਾਬ ਦੇ ਨਾਲ ਨਾ ਹੋ ਕੇ 31 ਰਾਗ ਰਾਗਨੀਆਂ ਦੇ ਹਿਸਾਬ ਨਾਲ ਹੈ। ਠੀਕ ਹੈ, ਆਦਿ ਗ੍ਰੰਥ ਦੀ ਮੁੱਖ ਭਾਸ਼ਾ ਕਿਹੜੀ ਹੈ? ਪੰਜਾਬੀ ਹੈ। ਇਸ ਵਿੱਚ ਹੋਰ ਕਿਹੜੀਆਂ ਭਾਸ਼ਾਵਾਂ ਦਾ ਪ੍ਰਯੋਗ ਹੈ? ਹਿੰਦੀ, ਫਾਰਸੀ, ਗੁਜਰਾਤੀ, ਮਰਾਠੀ, ਸੰਸਕ੍ਰਿਤ। ਠੀਕ ਹੈ, ਅੱਗੇ ਵੀ ਦੇਖੋ, ਆਦਿ ਗ੍ਰੰਥ ਕਿਸ ਲਿਪੀ ਵਿੱਚ ਲਿਖਿਆ ਗਿਆ ਹੈ? ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਮੁੱਖ ਵਿਸ਼ਾ ਕੀ ਹੈ ਆਦਿ ਗ੍ਰੰਥ ਦਾ? ਗੁਰੂਆਂ ਦੀਆਂ ਜੀਵਨੀਆਂ, ਸਮਾਜਿਕ ਤੇ ਰਾਜਨੀਤਿਕ ਕਾਨੂੰਨ ਨਾ ਹੋ ਕੇ ਗੁਰੂਆਂ ਦੀਆਂ ਜੀਵਨੀਆਂ, ਸਮਾਜਿਕ ਅਤੇ ਰਾਜਨੀਤਿਕ ਕਾਨੂੰਨ ਨਾ ਹੋ ਕੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਹੈ ਤੇ ਉਸ ਦੀ ਉਸਤਤੀ ਹੈ। ਠੀਕ ਹੈ, ਆਦਿ ਗ੍ਰੰਥ ਦਾ ਮਹੱਤਵ। ਠੀਕ ਹੈ, ਦੇਖੋ, ਸਿੱਖਾਂ ਨੂੰ ਕੁਰਾਨ, ਬਾਈਬਲ, ਗੀਤਾ ਤੇ ਰਾਮਾਇਣ ਦੇ ਬਰਾਬਰ ਇੱਕ ਧਾਰਮਿਕ ਗ੍ਰੰਥ ਮਿਲ ਗਿਆ ਸੀਗਾ। ਠੀਕ ਹੈ ਜੀ, ਤੇ ਗੁਰੂਆਂ ਦੀ ਪ੍ਰਮਾਣਿਕ ਬਾਣੀ ਇਸ ਗ੍ਰੰਥ ਵਿੱਚ ਇਕੱਠੀ ਹੋ ਗਈ ਸੀਗੀ ਤੇ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਬਹੁਤ ਵਧਿਆ, ਲੋਕਾਂ ਵਿੱਚ ਜਿਹੜੀ ਸ਼ਰਧਾ ਭਾਵਨਾ ਵਧੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਨੂੰ ਗੁਰੂ ਮੰਨਣ ਦਾ ਹੁਕਮ ਦੇ ਦਿੱਤਾ ਸੀ। ਠੀਕ ਹੈ ਜੀ, ਅੱਗੇ ਆਦਿ ਗ੍ਰੰਥ ਵਿੱਚ ਰਾਜਨੀਤਿਕ ਸਮਾਜਿਕ ਹਾਲਤਾਂ ਦੇ ਬਾਰੇ ਵਿੱਚ ਕੀ ਪਤਾ ਲੱਗਦਾ ਹੈ? ਠੀਕ ਹੈ, ਦਿੱਲੀ ਸੁਲਤਾਨਾਂ ਦੇ ਭ੍ਰਿਸ਼ਟਾਚਾਰੀ ਸ਼ਾਸਨ ਤੇ ਉਹਨਾਂ ਦੇ ਕਰਮਚਾਰੀਆਂ ਦੇ ਲਾਲਚੀ ਜ਼ਾਲਮ ਹੋਣ ਦਾ ਜ਼ਿਕਰ ਹੈ, ਜਿਸ ਵਿੱਚ ਬਾਬਰ ਦੇ ਹਮਲੇ ਨੂੰ ਪਾਪਾਂ ਦੀ ਜੰਜ ਕਿਹਾ ਗਿਆ ਹੈ। ਠੀਕ ਹੈ, ਤੇ ਜਦੋਂ ਬਾਬਾ ਨਾਨਕ ਜੀ ਦੱਸਦੇ ਆ ਤੇ ਇਸ ਵਿੱਚ ਜਾਤੀ ਪ੍ਰਥਾ, ਔਰਤ ਦੀ ਸਮਾਜ ਵਿੱਚ ਗਿਰਦੀ ਹੋਈ ਹਾਲਤ, ਸਤੀ ਪ੍ਰਥਾ, ਬਹੁ ਵਿਆਹ, ਪਰਦਾ ਪ੍ਰਥਾ, ਅੰਧ ਵਿਸ਼ਵਾਸਾਂ ਦੀਆਂ ਆਦਿ ਬੁਰਾਈਆਂ ਦਾ ਵਰਣਨ ਵੀ ਜਿਹੜਾ ਹੈ ਮਿਲਦਾ ਹੈ। ਆਦਿ ਗ੍ਰੰਥ ਵਿੱਚ ਜਿਨ੍ਹਾਂ ਗੁਰੂਆਂ ਦੀ ਬਾਣੀ ਸ਼ਾਮਿਲ ਹੈ ਉਹਨਾਂ ਦੇ ਨਾਮ ਦੱਸੋ ਵੀ। ਇੱਕ ਤਾਂ ਬਾਬਾ ਨਾਨਕ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ। ਇਹਨਾਂ ਗੁਰੂ ਸਾਹਿਬਾਨਾਂ ਦੀ ਬਾਣੀ ਆਦਿ ਗ੍ਰੰਥ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਅੱਗੇ ਦੇਖੋ, ਆਦਿ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਸ਼ਬਦ ਕਿਹੜੇ ਗੁਰੂ ਸਾਹਿਬ ਦੇ ਤੇ ਕਿੰਨੇ ਹਨ? ਸਭ ਤੋਂ ਜ਼ਿਆਦਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਤੇ ਇਹ ਹੈ 2216 ਸ਼ਬਦ। ਠੀਕ ਹੈ ਜੀ, ਅੱਗੇ ਦੇਖੋ, ਆਦਿ ਗ੍ਰੰਥ ਵਿੱਚ ਕੁੱਲ ਕਿੰਨੇ ਰਾਗਾਂ ਦਾ ਪ੍ਰਯੋਗ ਕੀਤਾ ਹੈ? 31 ਰਾਗਾਂ ਦਾ ਪ੍ਰਯੋਗ ਕੀਤਾ ਗਿਆ। 4 ਰਾਗਾਂ ਦੇ ਨਾਮ ਦੱਸੋ। ਰਾਗ ਗੌੜੀ, ਰਾਗ ਮਾਝ, ਰਾਗ ਸੂਹੀ ਤੇ ਰਾਗ ਕਲਿਆਣ। ਠੀਕ ਹੈ, ਅੱਗੇ ਦੇਖੋ, ਆਦਿ ਗ੍ਰੰਥ ਦੇ ਕੁੱਲ ਪੰਨੇ ਕਿੰਨੇ ਹਨ? ਇਹ ਹਨ ਜੀ 1430 ਪੰਨੇ ਹਨ ਤੇ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਦਾ ਨਾਮ ਆਦਿ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ। ਠੀਕ ਹੈ, ਅਗਲਾ ਪ੍ਰਸ਼ਨ ਦੇਖੋ, ਆਦਿ ਗ੍ਰੰਥ ਸਾਹਿਬ ਕਿਸ ਬਾਣੀ ਨਾਲ ਸ਼ੁਰੂ ਹੁੰਦਾ ਹੈ? ਆਦਿ ਗ੍ਰੰਥ ਸਾਹਿਬ ਜਪਜੀ ਸਾਹਿਬ ਦੀ ਬਾਣੀ ਨਾਲ ਸ਼ੁਰੂ ਹੁੰਦਾ ਤੇ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਆਦਿ ਗ੍ਰੰਥ ਦੀ ਸ਼ੁਰੂਆਤ ਤੇ ਅੰਤ ਕਿਸ ਬਾਣੀ ਨਾਲ? ਸ਼ੁਰੂਆਤ ਤਾਂ ਜਪਜੀ ਸਾਹਿਬ ਜੀ ਦੀ ਬਾਣੀ, ਠੀਕ ਹੈ, ਤੇ ਅੰਤ ਜਿਹੜਾ ਰਾਗਮਾਲਾ ਦੇ ਨਾਲ ਹੁੰਦਾ ਹੈ। ਠੀਕ ਹੈ, ਤੇ ਅੱਗੇ ਕੁਐਸਚਨ ਦੇਖੋ, ਆਦਿ ਗ੍ਰੰਥ ਦਾ ਸੰਕਲਨ ਨਾਲ ਸੰਬੰਧਿਤ ਸਥਾਨ ਤੇ ਉਸ ਦੀ ਰਚਨਾ ਨਾਲ ਸੰਬੰਧਿਤ ਵਿਅਕਤੀ ਦੇ ਨਾਮ ਦੱਸੋ। ਸੰਕਲਨ ਕੀਤਾ ਗਿਆ ਰਾਮਸਰ ਅੰਮ੍ਰਿਤਸਰ ਦੇ ਸਥਾਨ ਤੇ ਹੋਇਆ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ। ਠੀਕ ਹੈ, ਸੋ 1604 ਵਿੱਚ ਸ਼੍ਰੀ ਗੁਰੂ ਆਦਿ ਗ੍ਰੰਥ ਜਿਹੜਾ ਸੀਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸੀ, ਇਹਨਾਂ ਦਾ ਕਾਰਜ ਜਿਹੜਾ ਸੀ ਸੰਪੂਰਨ ਹੋ ਗਿਆ ਸੀਗਾ, ਮਤਲਬ ਉਸ 1604 ਤੱਕ ਮਤਲਬ ਲਿਖ ਲਿਆ ਸੀ। ਠੀਕ ਹੈ, ਤੇ ਅੱਗੇ ਪ੍ਰਿਥੀਆ ਕੌਣ ਸੀ? ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀਗਾ। ਠੀਕ ਹੈ,
ਤੇ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀਗਾ। ਤੇ ਗੁਰੂ ਅਰਜਨ ਦੇਵ ਜੀ ਨਾਲ ਇਸ ਲਈ ਗੁੱਸੇ ਸੀ ਕਿਉਂਕਿ ਉਹ ਛੋਟਾ ਹੁੰਦਾ ਵੀ ਮਤਲਬ ਗੁਰਗੱਦੀ ਤੇ ਬੈਠਾ ਸੀ, ਤੇ ਉਹ ਵੱਡਾ ਹੋ ਕੇ ਵੀ ਗੁਰਗੱਦੀ ਤੇ ਨਹੀਂ ਬੈਠ ਪਾਇਆ ਸੀ। ਅੱਗੇ ਦੇਖੋ, ਪ੍ਰਿਥੀਆ ਚੰਦ ਨੇ ਕਿਸ ਸੰਪਰਦਾਇ ਦੀ ਸਥਾਪਨਾ ਕੀਤੀ? ਇਹਨਾਂ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ, ਤੇ ਇਸ ਦੇ ਅਨੁਯਾਈ ਕੀ ਕਹਾਉਣ ਲੱਗੇ? ਮੀਣੇ ਕਹਾਉਣ ਲੱਗੇ। ਅੱਗੇ ਦੇਖੋ ਬਈ, ਮਿਹਰਬਾਨ ਕਿਸ ਦਾ ਪੁੱਤਰ ਸੀ? ਪ੍ਰਿਥੀਆ ਚੰਦ ਦਾ ਪੁੱਤਰ ਸੀ। ਉਸਦਾ ਮੁੱਢਲਾ ਨਾਮ ਮਨੋਹਰ ਦਾਸ ਸੀਗਾ, ਤੇ ਉਸਨੇ ਜਨਮ ਸਾਖੀ ਸੋਢੀ ਮਨੋਹਰ ਦਾਸ ਦੀ ਰਚਨਾ ਕੀਤੀ। ਠੀਕ ਹੈ। ਚੰਦੂ ਸ਼ਾਹ ਕੌਣ ਸੀ? ਲਾਹੌਰ ਪ੍ਰਾਂਤ ਦਾ ਦੀਵਾਨ ਸੀਗਾ। ਤੇ ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਕਿਉਂ ਬਣਿਆ? ਕਿਉਂਕਿ ਉਸ ਦੀ ਧੀ ਦਾ ਆਪਣੇ ਬੇਟੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਦੇ ਨਾਲ ਵਿਆਹ ਦਾ ਪ੍ਰਸਤਾਵ ਗੁਰੂ ਜੀ ਨੇ ਠੁਕਰਾ ਦਿੱਤਾ ਸੀ। ਠੀਕ ਹੈ। ਅੱਗੇ ਦੇਖੋ, ਰਾਜਕੁਮਾਰ ਖੁਸਰੋ ਕੌਣ ਸੀ? ਰਾਜਕੁਮਾਰ ਖੁਸਰੋ ਜਿਹੜਾ ਸੀ ਅਕਬਰ ਦਾ ਪੋਤਾ ਸੀਗਾ ਤੇ ਜਹਾਂਗੀਰ ਦਾ ਪੁੱਤਰ ਸੀਗਾ। ਠੀਕ ਹੈ। ਤੇ ਗੁਰੂ ਸਾਹਿਬ ਨੇ ਉਸਦੇ ਮੱਥੇ ਤੇ ਤਿਲਕ ਲਾ ਕੇ ਉਸਦੇ ਲਈ ਅਰਦਾਸ ਕੀਤੀ ਸੀ ਤੇ ਉਸਨੂੰ ਕੁਝ ਆਰਥਿਕ ਸਹਾਇਤਾ ਦਿੱਤੀ ਸੀ। ਠੀਕ ਹੈ ਨਾ, ਜਿਹਦੇ ਕਰਕੇ ਜਹਾਂਗੀਰ ਜਿਹੜਾ ਸੀ ਗੁੱਸੇ ਵਿੱਚ ਆ ਗਿਆ ਸੀ। ਕਿਹੜੇ ਇਤਿਹਾਸਿਕ ਸਰੋਤ ਤੋਂ ਸਾਨੂੰ ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਵਿਰੋਧੀ ਭਾਵਨਾ ਦਾ ਪਤਾ ਲੱਗਦਾ ਹੈ? ਇਹ ਹੈ ਜੀ ਤੁਝਕੇ ਬਾਬਰੀ। ਠੀਕ ਹੈ। ਜਹਾਂਗੀਰ ਦੀ ਜਿਹੜੀ ਆਤਮ ਕਥਾ ਆ, ਠੀਕ ਹੈ, ਇੱਥੋਂ ਆ ਵੀ ਯਾਦ ਕਰ ਲੈਣਾ। ਇਹ ਜਹਾਂਗੀਰ ਦੀ ਆਤਮ ਕਥਾ ਤੁਝਕੇ ਜਹਾਂਗੀਰੀ ਦੇ ਵਿੱਚੋਂ ਸਾਨੂੰ ਇਹ ਚੀਜ਼ਾਂ ਸਾਰੀਆਂ ਪਤਾ ਲੱਗਦੀਆਂ ਕਿ ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਵਿਰੋਧੀ ਜਿਹੜੀ ਭਾਵਨਾ ਸੀਗੀ। ਠੀਕ ਹੈ। ਗੁਰੂ ਅਰਜਨ ਦੇਵ ਜੀ ਦਾ ਗੁਰੂ ਕਾਲ ਕਿੰਨਾ ਸੀ? 1581 ਤੋਂ 1606 ਵਿੱਚ 6 ਤੱਕ ਸੀਗਾ। ਗੁਰੂ ਅਰਜਨ ਦੇਵ ਜੀ ਦੇ ਭਰਾਵਾਂ ਦਾ ਨਾਮ ਪ੍ਰਿਥੀਆ ਚੰਦ ਤੇ ਮਹਾਦੇਵ ਸੀਗਾ। ਤੇ ਮਸੰਦ ਪ੍ਰਥਾ ਦੇ ਅਧੀਨ ਆਮਦਨੀ ਦਾ ਕਿੰਨਾ ਹਿੱਸਾ ਮਸੰਦ ਗੁਰਸਿੱਖਾਂ ਤੋਂ ਲੈਂਦੇ ਸੀ? 1/10। ਠੀਕ ਹੈ। 1/10 ਹਿੱਸਾ ਲੈਂਦੇ ਸੀਗੇ, ਤੇ ਇਸ ਨੂੰ ਕੀ ਕਹਿੰਦੇ ਸੀ? ਦਸਵੰਧ ਕਹਿੰਦੇ ਸੀਗੇ। ਠੀਕ ਹੈ। ਤੇ ਸੰਕਲਨ ਕਿਸ ਥਾਂ ਤੇ ਹੋਇਆ? ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿੱਥੇ ਹੋਇਆ? ਅੰਮ੍ਰਿਤਸਰ ਵਿੱਚ ਰਾਮਸਰ ਨਾਮਕ ਸਰੋਵਰ ਦੇ ਕਿਨਾਰੇ ਤੇ ਹੋਇਆ। ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਸ਼ਬਦ ਹਨ? 116 ਸ਼ਬਦ ਹਨ। ਠੀਕ ਹੈ ਜੀ। ਪ੍ਰਿਥੀਆ ਨੇ ਕਿਸ ਸੰਪਰਦਾ ਦੀ ਸਥਾਪਨਾ ਕੀਤੀ? ਮੀਣਾ ਸੰਪਰਦਾ ਦੀ ਸਥਾਪਨਾ ਕੀਤੀ। ਤਰਨਤਾਰਨ ਤੇ ਕਰਤਾਰਪੁਰ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ। ਠੀਕ ਹੈ। ਤਰਨਤਾਰਨ ਦੀ ਸਥਾਪਨਾ 1590 ਚ ਕੀਤੀ ਤੇ ਕਰਤਾਰਪੁਰ ਦੀ ਸਥਾਪਨਾ 1593 ਵਿੱਚ ਕੀਤੀ। ਠੀਕ ਹੈ। ਅੱਗੇ ਮਸੰਦ ਪ੍ਰਥਾ ਦੀਆਂ ਵਿਸ਼ੇਸ਼ਤਾਵਾਂ ਕੀ ਸੀ? ਗੁਰੂ ਦੁਆਰਾ ਨਿਯੁਕਤ ਪ੍ਰਤੀਨਿਧੀਆਂ ਨੂੰ ਮਸੰਦ ਕਹਿੰਦੇ ਸੀਗੇ। ਠੀਕ ਹੈ। ਤੇ ਇਹ ਕੀ ਕਰਦੇ ਸੀਗੇ? ਧਰਮ ਪ੍ਰਚਾਰ ਕਰਦੇ ਸੀ ਤੇ ਆਮਦਨੀ ਦਾ, ਸਿੱਖਾਂ ਦੀ ਆਮਦਨੀ ਦਾ 10ਵਾਂ ਹਿੱਸਾ ਵੀ ਜਿਹੜਾ ਸੀ ਉਹ ਲੈ ਆਉਂਦੇ ਸੀਗੇ ਗੁਰੂ ਸਾਹਿਬ ਜੀ ਦੇ ਕੋਲ। ਬਾਬਾ ਬੁੱਢਾ ਜੀ ਕੌਣ ਸਨ? ਇਹ ਸੀਗੇ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ। ਸ਼ੇਖ ਅਹਿਮਦ ਸਰਹੱਦੀ ਕੌਣ ਸੀਗਾ? ਨਕਸ਼ਬੰਦੀ ਨਾਮਕ ਸੂਫੀ ਸਿਲਸਿਲੇ ਦਾ ਮੁਖੀਆ ਸੀਗਾ। ਠੀਕ ਹੈ। ਨਕਸ਼ਬੰਦੀ ਸਿਲਸਿਲੇ ਦੇ ਮੁੱਖ ਉਦੇਸ਼ ਕੀ ਸੀਗੇ ਇਹਨਾਂ ਦਾ? ਜਿਸ ਦਾ ਮੁੱਖ ਦਫ਼ਤਰ ਸਰਹਿੰਦ ਦੇ ਵਿੱਚ ਸੀਗਾ। ਠੀਕ ਹੈ। ਇਹਦਾ ਨਕਸ਼ਬੰਦੀ ਸੂਫੀਆਂ ਦਾ ਇੱਕ ਸੰਗਠਨ ਸੀਗਾ ਤੇ ਉਹ ਕੱਟੜਪੰਥੀ ਸੁੰਨੀ ਵਿਚਾਰਾਂ ਦੇ ਸਮਰਥਕ ਸਨ। ਠੀਕ ਹੈ। ਅੱਗੇ ਦੇਖੋ, ਗੁਰੂ ਅਰਜਨ ਦੇਵ ਜੀ ਦਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਦਿੱਤਾ ਗਿਆ ਆਖਰੀ ਸੰਦੇਸ਼ ਕੀ ਸੀਗਾ? ਉਹਨਾਂ ਨੇ ਕਿਹਾ ਸੀ ਕਿ ਉਹ ਅਸਤਰ ਸ਼ਸਤਰ ਧਾਰਨ ਕਰਕੇ ਗੁਰਗੱਦੀ ਤੇ ਬੈਠਣ ਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖਣ। ਠੀਕ ਹੈ ਜੀ। ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਉਹਨਾਂ ਨੂੰ ਕਿਸ ਨਾਂ ਨਾਲ ਪੁਕਾਰਦੇ ਸੀ? ਸੱਚੇ ਪਾਤਸ਼ਾਹ ਦੇ ਨਾਮ ਨਾਲ ਪੁਕਾਰਦੇ ਸੀਗੇ। ਠੀਕ ਹੈ ਜੀ। ਸੱਚੇ ਪਾਤਸ਼ਾਹ। 1606 ਦਾ ਕੀ ਮਹੱਤਵ ਹੈ? ਵੀ 1606 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠੇ ਸੀਗੇ। ਠੀਕ ਹੈ ਜੀ। ਬਾਬਾ ਪ੍ਰਿਥਵੀ ਚੰਦ ਦੀ ਸੰਪਰਦਾਇ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਮੀਣਾ ਸੰਪਰਦਾਇ। ਤੇ ਇਸ ਦਾ ਉੱਤਰਾਧਿਕਾਰੀ ਪੁੱਤਰ ਉਹਨਾਂ ਦਾ ਪੁੱਤਰ ਮਿਹਰਬਾਨ ਸੀਗਾ। ਠੀਕ ਹੈ। ਤੇ ਉਹਨਾਂ ਗੁਰੂ ਸਾਹਿਬਾਨਾਂ ਦੇ ਨਾਮ ਦੱਸੋ ਜਿਨ੍ਹਾਂ ਨੇ ਗੋਇੰਦਵਾਲ ਤੇ ਡੱਬੀ ਬਾਜ਼ਾਰ ਲਾਹੌਰ ਵਿੱਚ ਬਾਉਲੀਆਂ ਦਾ ਨਿਰਮਾਣ ਕਰਵਾਇਆ। ਠੀਕ ਹੈ। ਤੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਬਣਾਈ ਤੇ ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ ਲਾਹੌਰ ਵਿੱਚ ਬਾਉਲੀ ਬਣਾਈ। ਠੀਕ ਹੈ। ਇਹ ਯਾਦ ਕਰ ਲੈਣਾ। ਅੱਗੇ ਦੇਖੋ ਬਈ, ਆਦਿ ਗ੍ਰੰਥ ਦੀ ਰਚਨਾ ਨਾਲ ਸੰਬੰਧਿਤ ਸਥਾਨ ਅਤੇ ਗੁਰੂ ਸਾਹਿਬ ਦਾ ਨਾਮ ਦੱਸੋ। ਉਹੀ ਬਾਰ-ਬਾਰ ਆ ਰਿਹਾ, ਕੁਐਸਚਨ ਰਿਪੀਟ ਹੋ ਰਿਹਾ ਨਾ। ਦੇਖੋ ਕੀ ਹੈ? ਅੰਮ੍ਰਿਤਸਰ ਦੇ ਵਿੱਚ ਰਾਮਸਰ ਸਰੋਵਰ ਦੇ ਸਰੋਵਰ ਦੇ ਕੰਢੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ। ਗੁਰੂ ਅਰਜਨ ਦੇਵ ਜੀ ਨੇ ਕਰਵਾਈ ਤੇ ਭਾਈ ਗੁਰਦਾਸ ਜੀ ਜਿਹੜੇ ਸੀ ਉਸ ਵਕਤ ਲਿਖ ਰਹੇ ਸੀਗੇ। ਠੀਕ ਹੈ ਜੀ। ਬਾਣੀ ਨੂੰ ਲਿਖ ਰਹੇ ਸੀ ਭਾਈ ਗੁਰਦਾਸ ਜੀ। ਅੱਗੇ ਹੈਗਾ, ਜਹਾਂਗੀਰ ਦੇ ਰਾਜਗੱਦੀ ਤੇ ਬੈਠਣ ਦੇ ਸਮੇਂ ਉਸ ਦੇ ਕਿਹੜੇ ਪੁੱਤਰ ਨੇ ਬਗਾਵਤ ਕੀਤੀ ਸੀ? ਕਿਹੜੇ ਪੁੱਤਰ ਨੇ ਬਗਾਵਤ ਕੀਤੀ ਸੀ? ਕਿਹੜੇ? ਖੁਸਰੋ ਨੇ ਕੀਤੀ ਸੀ। ਠੀਕ ਹੈ ਨਾ। ਖੁਸਰੋ ਉਹਨਾਂ ਦੇ ਪੁੱਤਰ ਨੇ ਬਗਾਵਤ ਕੀਤੀ ਸੀ ਤੇ ਇਹ ਕਿਹੜੇ ਗੁਰੂ ਸਾਹਿਬ ਨੇ ਉਸ ਨੂੰ ਬਚ ਨਿਕਲਣ ਵਿੱਚ ਮਦਦ ਕੀਤੀ? ਗੁਰੂ ਅਰਜਨ ਦੇਵ ਜੀ ਨੇ, ਜਿਹਦੇ ਕਰਕੇ ਜਹਾਂਗੀਰ ਨਾਰਾਜ਼ ਹੋ ਗਿਆ ਸੀ। ਠੀਕ ਹੈ ਨਾ, ਵਿਰੋਧੀ ਹੋ ਗਿਆ ਸੀ। ਕਰਤਾਰਪੁਰ ਸ਼ਬਦ ਦਾ ਅਰਥ ਕੀ ਹੈ? ਪ੍ਰਮਾਤਮਾ ਦਾ ਨਗਰ। ਠੀਕ ਹੈ। ਤੇ ਕਰਤਾਰਪੁਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਸਰੋਵਰ ਬਣਵਾਇਆ? ਗੰਗਸਰ ਸਰੋਵਰ ਬਣਵਾਇਆ। ਤਰਨਤਾਰਨ ਤੋਂ ਕੀ ਭਾਵ ਹੈ? ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਭਾਵ ਸਾਗਰ ਤੋਂ ਤਰ ਜਾਵੇਗਾ। ਠੀਕ ਹੈ। ਦਸਵੰਧ ਦਾ ਭਾਵ ਹੈ 10ਵਾਂ ਹਿੱਸਾ, ਆਮਦਨੀ ਦਾ 10ਵਾਂ ਹਿੱਸਾ। ਠੀਕ ਹੈ। ਮਸੰਦਾਂ ਨੂੰ ਦਿੰਦੇ ਸੀ ਸਿੱਖ
ਤੇ ਇਸ ਦਾ ਪ੍ਰਚਲਨ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਠੀਕ ਹੈ। ਅੱਗੇ ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਮ ਦੱਸੋ। ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ। ਠੀਕ ਹੈ। ਤੇ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਖੁਸ਼ਹਾਲ ਬਣਾਉਣ ਲਈ ਕਿਸ ਵਪਾਰ ਨੂੰ ਪ੍ਰੋਤਸਾਹਨ ਦਿੱਤਾ? ਉਹਨਾਂ ਨੇ ਘੋੜਿਆਂ ਦੇ ਵਪਾਰ ਨੂੰ ਪ੍ਰੋਤਸਾਹਨ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ, ਇਹ ਯਾਦ ਕਰ ਲੈਣਾ। ਅੱਗੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀਨੀ ਮੁਗਲ ਬਾਦਸ਼ਾਹ ਦੇ ਨਾਂ ਦੱਸੋ। ਹਾਂਜੀ, ਇੱਕ ਤਾਂ ਅਕਬਰ ਸੀਗਾ, ਇੱਕ ਜਹਾਂਗੀਰ ਵੀ ਸੀਗਾ। ਠੀਕ ਹੈ। ਅਕਬਰ ਦੇ ਸਮਕਾਲੀਨ ਗੁਰੂ ਸਾਹਿਬਾਨ ਦੱਸੋ ਬਈ। ਇਹ ਗੁਰੂ ਅਮਰਦਾਸ ਜੀ, ਦੇਖੋ ਇਹ ਕਿਹੜੇ ਕਿਹੜੇ ਗੁਰੂ ਹੋਏ ਆਪਣੇ ਉਦੋਂ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਇਹ 3 ਗੁਰੂ ਸਾਹਿਬਾਨਾਂ ਦੇ ਸਮੇਂ ਅਕਬਰ ਸੀਗਾ। ਸੁਖਮਨੀ ਤੋਂ ਕੀ ਭਾਵ ਹੈ? ਮਨ ਨੂੰ ਸ਼ਾਂਤੀ ਦੇਣ ਵਾਲੀ ਬਾਣੀ। ਤੇ ਇਸ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਤੇ ਇਸ ਦਾ ਉਚਾਰਨ ਸਵੇਰ ਵੇਲੇ ਕੀਤਾ ਜਾਂਦਾ ਹੈ। ਜਪਜੀ ਸਾਹਿਬ ਅਤੇ ਸੋਧਰ ਰਹਿਰਾਸ ਦਾ ਪਾਠ ਕਦੋਂ ਕੀਤਾ ਜਾਂਦਾ? ਜਪਜੀ ਸਾਹਿਬ ਦਾ ਪਾਠ ਸਵੇਰ ਦੇ ਸਮੇਂ ਤੇ ਸੋਧਰ ਰਹਿਰਾਸ ਦਾ ਪਾਠ ਸ਼ਾਮ ਦੇ ਸਮੇਂ ਕੀਤਾ ਜਾਂਦਾ ਹੈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।